ਹੈਲੋ ਸਟੂਡੈਂਟਸ, ਪਿਛਲੇ ਵੀਡੀਓ ਲੈਕਚਰ ਵਿੱਚ ਆਪਾਂ ਸਾਤਵਾਹਨ ਰੂਲਰਸ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਇਸ ਤੋਂ ਅੱਗੇ ਕੰਟੀਨਿਊ ਕਰ ਰਹੇ ਹਾਂ। ਕੁਝ ਸਾਤਵਾਹਨ ਰੂਲਰਸ ਪੋਲੀਜੀਨਸ ਸੀ, ਮੀਨਸ ਉਹਨਾਂ ਦੀਆਂ ਇੱਕ ਤੋਂ ਜ਼ਿਆਦਾ ਪਤਨੀਆਂ ਸਨ। ਜਦ ਔਰਤਾਂ ਦੇ ਨਾਵਾਂ ਨੂੰ ਐਗਜ਼ਾਮਿਨ ਕੀਤਾ ਗਿਆ ਜਿਨ੍ਹਾਂ ਨੇ ਸਾਤਵਾਹਨ ਰੂਲਰਸ ਨਾਲ ਵਿਆਹ ਕੀਤਾ ਸੀ, ਤਾਂ ਪਤਾ ਲੱਗਦਾ ਹੈ ਕਿ ਵਧੇਰੇ ਔਰਤਾਂ ਦੇ ਨਾਮ ਉਹਨਾਂ ਦੇ ਗੋਤ ਤੋਂ ਲਏ ਗਏ ਸਨ, ਜਿਵੇਂ ਗੌਤਮਾ ਅਤੇ ਵਸ਼ਿਸ਼ਟਾ, ਜੋ ਕਿ ਉਹਨਾਂ ਦੇ ਫਾਦਰਸ ਦੇ ਗੋਤ ਸਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਨਾਮ ਉਸੇ ਤਰ੍ਹਾਂ ਹੀ ਰੱਖੇ, ਆਪਣੇ ਪਤੀ ਦਾ ਗੋਤ ਉਹਨਾਂ ਨੇ ਨਹੀਂ ਅਪਣਾਇਆ। ਇਹ ਜ਼ਰੂਰੀ ਵੀ ਸੀ, ਜਿਵੇਂ ਕਿ ਬ੍ਰਾਹਮਣਿਕਲ ਰੂਲਸ ਦੇ ਅਕੋਰਡਿੰਗ ਦੱਸਿਆ ਗਿਆ ਸੀ। ਇਹਨਾਂ ਵਿੱਚੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਹਨਾਂ ਵਿੱਚੋਂ ਕੁਝ ਔਰਤਾਂ ਇਹੋ ਜਿਹੀਆਂ ਸਨ ਜੋ ਸੇਮ ਗੋਤ ਨੂੰ ਬਿਲੋਂਗ ਕਰਦੀਆਂ ਸੀ। ਇਹ ਗੱਲ ਉਸ ਵਿਚਾਰਧਾਰਾ ਦੇ ਬਿਲਕੁਲ ਉਲਟ ਸੀ ਜੋ ਬ੍ਰਾਹਮਣਿਕਲ ਟੈਕਸਸ ਵਿੱਚ ਐਕਸੋਗੈਮੀ ਦੀ ਵਿਚਾਰਧਾਰਾ ਦੱਸੀ ਗਈ ਸੀ। ਐਕਸੋਗੈਮੀ ਹੁੰਦੀ ਹੈ ਭਾਵ ਆਪਣੇ ਕੁਨਵੇ ਤੋਂ ਬਾਹਰ ਵਿਆਹ ਕਰਨਾ। ਉਸ ਗੱਲ ਦੇ ਕੀ ਸੀ, ਇਹ ਬਿਲਕੁਲ ਉਲਟ ਸੀ। ਪਰ ਇਹ ਇੱਕ ਅਲਟਰਨੇਟਿਵ ਪ੍ਰੈਕਟਿਸ ਬਾਰੇ ਵੀ ਦੱਸਦੀ ਹੈ, ਮੀਨਸ ਮੈਰਿਜ ਵਿਦਨ ਕਿਨ ਗਰੁੱਪ, ਜਾਂ ਐਂਡੋਗੈਮੀ ਵੀ ਜਿਹਨੂੰ ਕਹਿੰਦੇ ਹਨ ਕਿ ਆਪਣੇ ਕੁਨਵੇ ਵਿੱਚ ਹੀ ਵਿਆਹ ਕਰ ਲੈਣਾ। ਉਸ ਪ੍ਰੈਕਟਿਸ ਬਾਰੇ ਵੀ ਸਾਨੂੰ ਇਸ ਤੋਂ ਪਤਾ ਲੱਗਦਾ ਹੈ। ਇਹ ਕਈ ਕਮਿਊਨਿਟੀਜ਼ ਵਿੱਚ, ਖਾਸ ਤੌਰ ਤੇ ਸਾਊਥ ਇੰਡੀਆ ਵਿੱਚ ਪ੍ਰਚਲਿਤ ਸੀ। ਇਸ ਤਰ੍ਹਾਂ ਦੇ ਵਿਆਹ ਆਪਣੇ ਵੰਸ਼ ਵਿੱਚ ਹੀ ਹੋ ਜਾਂਦੇ ਹਨ, ਜਿਸ ਨਾਲ ਇਹ ਲੱਗਦਾ ਹੈ ਕਿ ਇਹ ਜੋ ਵੰਸ਼ ਹੈਗਾ ਬਹੁਤ ਕਲੋਜ਼ ਨਿਟ ਕਮਿਊਨਿਟੀ ਹੈ। ਇਹ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਈ ਵੇਰੀਏਸ਼ਨਸ ਦੇਖਣ ਨੂੰ ਮਿਲਦੇ ਹਨ, ਪਰ ਹਰੇਕ ਨੂੰ ਪੂਰੀ ਡਿਟੇਲ ਵਿੱਚ ਰੀਕਨਸਟਰਕਟ ਕਰਨਾ ਪੋਸੀਬਲ ਇਹ ਨਹੀਂ ਹੈ। 2.5 ਵਰ ਮਦਰਸ ਇੰਪੋਰਟੈਂਟ, ਕਿ ਜੋ ਮਾਵਾਂ ਸਨ ਉਹ ਮਹੱਤਵਪੂਰਨ ਸਨ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਸਾਤਵਾਹਨ ਰੂਲਰਸ ਆਪਣੀ ਮਾਂ ਦੇ ਨਾਮ ਤੋਂ ਜਾਣੇ ਜਾਂਦੇ ਸਨ, ਭਾਵ ਜੋ ਨਾਮ ਉਹਨਾਂ ਦੀ ਮਾਂ ਦੇ ਨਾਮ ਤੋਂ ਮਿਲਦਾ ਸੀ ਉਸ ਤੋਂ ਉਹ ਜਾਣੇ ਜਾਂਦੇ। ਭਾਵੇਂ ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਮਾਵਾਂ ਮਹੱਤਵਪੂਰਨ ਸਨ, ਪਰ ਸਾਨੂੰ ਕਿਸੇ ਵੀ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਇਸ ਗੱਲ ਵੱਲ ਪੂਰਾ ਧਿਆਨ ਦੇਣਾ ਪਵੇਗਾ। ਜੇਕਰ ਸਾਤਵਾਹਨ ਰੂਲਰਸ ਦੀ ਗੱਲ ਹੀ ਆਪਾਂ ਲੈ ਲਈਏ ਤਾਂ ਜੋ ਉੱਤਰਾਧਿਕਾਰੀ ਹੁੰਦਾ ਸੀ ਗੱਦੀ ਦਾ, ਉਹ ਪੈਟਰੀਲੀਅਨ ਹੁੰਦਾ ਸੀ, ਭਾਵ ਮੇਲ ਹੀ ਉੱਤਰਾਧਿਕਾਰੀ ਬਣਦੇ ਸੀ, ਫੀਮੇਲ ਨਹੀਂ ਬਣਦੇ ਸਨ। ਅੱਗੇ ਥਰਡ ਪੁਆਇੰਟ ਹੈ ਸੋਸ਼ਲ ਡਿਫਰੈਂਸਸ ਵਿਦਿਨ ਐਂਡ ਬਿਯੋਂਡ ਦਾ ਫਰੇਮਵਰਕ ਆਫ ਕਾਸਟ। ਸ਼ਾਇਦ ਤੁਸੀਂ ਕਾਸਟ ਸ਼ਬਦ ਤੋਂ ਤਾਂ ਜਾਣੂ ਹੀ ਹੋਵੋਗੇ। ਸਮਾਜ ਵਿੱਚ ਜੋ ਅਲੱਗ-ਅਲੱਗ ਸ਼੍ਰੇਣੀਆਂ ਹੁੰਦੀਆਂ ਸਨ, ਉਹਨਾਂ ਨੂੰ ਹਾਇਰਾਰਕੀ ਦੇ ਤੌਰ ਤੇ ਕੀ ਹੈ ਡਿਵਾਈਡ ਕਰ ਲਿਆ ਜਾਂਦਾ, ਭਾਵ ਉਹਨਾਂ ਨੇ ਰੈਂਕ ਦੇ ਅਨੁਸਾਰ ਕਿਹੜੀ ਕਾਸਟ ਵੱਡੀ ਹੈ ਤੇ ਕਿਹੜੀ ਛੋਟੀ ਹੈ, ਇਸ ਤਰ੍ਹਾਂ ਡਿਵਾਈਡੇਸ਼ਨ ਕੀਤੀ ਹੋਈ ਸੀ। ਇਹ ਕਿਸ ਤਰ੍ਹਾਂ ਦਾ ਆਰਡਰ ਸੀ, ਇਹ ਇੱਕ ਧਰਮ ਸੂਤਰਾਂ ਅਤੇ ਧਰਮ ਸ਼ਾਸਤਰਾਂ ਵਿੱਚ ਕੀ ਹੈ ਇਹ ਦੱਸਿਆ ਗਿਆ ਹੈ। ਬ੍ਰਾਹਮਣਾਂ ਨੇ ਇਹ ਇੱਕ ਆਰਡਰ ਬਣਾਇਆ ਸੀ ਕਿ ਕਿਹੜੀ ਕਾਸਟ ਕਿਵੇਂ ਹੋਵੇਗੀ, ਕਿਹੜੀ ਵੱਡੀ ਕਾਸਟ ਹੈ, ਕਿਹੜੀ ਛੋਟੀ ਕਾਸਟ ਹੈ। ਇਹ ਬ੍ਰਾਹਮਣਾਂ ਦੁਆਰਾ ਬਣਾਇਆ ਗਿਆ ਸੀ, ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਿਆ ਤੇ ਉਹ ਕਹਿੰਦੇ ਸਨ ਕਿ ਇਹ ਤਾਂ ਰੱਬ ਦਾ ਹੀ ਬਣਾਇਆ ਹੋਇਆ ਹੈ। ਉਹਨਾਂ ਨੇ ਇਸ ਸੋਸ਼ਲ ਆਰਡਰ ਵਿੱਚ ਸ਼ੂਦਰ, ਜਾਂ ਜਿਨ੍ਹਾਂ ਨੂੰ ਅਛੂਤ ਵੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸਭ ਤੋਂ ਨੀਵਾਂ ਰੱਖਿਆ ਸੀ। ਇਹ ਜੋ ਪੋਜੀਸ਼ਨਸ ਇਸ ਆਰਡਰ ਵਿੱਚ ਜਨਮ ਦੇ ਆਧਾਰ ਤੇ ਹੀ ਹੁੰਦੀਆਂ ਸਨ, ਇਹ ਵੀ ਮੰਨਿਆ ਜਾਂਦਾ ਸੀ। 3.1 ਦਾ ਰਾਈਟ ਆਕੂਪੇਸ਼ਨ। ਧਰਮ ਸੂਤਰਾਂ ਤੇ ਧਰਮ ਸ਼ਾਸਤਰਾਂ ਵਿੱਚ ਇਹ 4 ਕੈਟਾਗਰੀਜ਼ ਦੇ ਲਈ ਅਲੱਗ-ਅਲੱਗ ਕੰਮ ਵੀ ਨਿਸ਼ਚਿਤ ਕੀਤੇ ਗਏ ਸਨ। ਬ੍ਰਾਹਮਣਸ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹ ਪੜ੍ਹਾਈ ਕਰਨਗੇ ਤੇ ਵੇਦ ਪੜ੍ਹਾਉਣਗੇ, ਯੱਗ ਕਰਨਗੇ ਜਾਂ ਕਰਵਾਉਣਗੇ, ਤੋਹਫੇ ਦੇਣਗੇ ਜਾਂ ਲੈਣਗੇ। ਕਸ਼ਤਰੀਆ ਯੁੱਧ ਕਰਨਗੇ, ਲੋਕਾਂ ਦੀ ਰੱਖਿਆ ਕਰਨਗੇ ਤੇ ਨਿਆਂ ਕਰਨਗੇ, ਵੇਦ ਪੜ੍ਹਨਗੇ, ਯੱਗ ਕਰਨਗੇ ਤੇ ਤੋਹਫੇ ਬਣਾਉਣਗੇ। ਲਾਸਟ ਵਾਲੇ 3 ਆਕੂਪੇਸ਼ਨ ਵੈਸ਼ਿਆਜ਼ ਨੂੰ ਦਿੱਤੇ ਗਏ ਸਨ। ਉਹਨਾਂ ਤੋਂ ਇਹ ਆਸ ਕੀਤੀ ਗਈ ਸੀ ਕਿ ਉਹ ਖੇਤੀਬਾੜੀ ਕਰਨ, ਪਸ਼ੂ ਚਰਾਉਣ ਤੇ ਵਪਾਰ ਕਰਨ। ਸ਼ੂਦਰਾਂ ਨੂੰ ਕੇਵਲ ਇੱਕ ਕੰਮ ਦਿੱਤਾ ਗਿਆ ਕਿ ਉਹ ਤਿੰਨੇ ਜੋ ਉੱਚ ਵਰਨ ਹਨ ਉਹਨਾਂ ਦੀ ਸੇਵਾ ਕਰਨ। ਇਹਨਾਂ ਨਿਯਮਾਂ ਨੂੰ ਲੋਕਾਂ ਨੇ ਲਾਗੂ ਕਰਨ ਲਈ ਲੋਕਾਂ ਤੇ ਜਦ ਇਹਨਾਂ ਨਿਯਮਾਂ ਨੂੰ ਲਾਗੂ ਕਰਨਾ ਸੀ ਤਾਂ ਬ੍ਰਾਹਮਣਾਂ ਨੇ 2 ਸਟ੍ਰੈਟਜੀਜ਼ ਅਪਣਾਈਆਂ। ਪਹਿਲੀ ਇਹ ਕਿ ਵਰਨ ਆਰਡਰ ਨੂੰ ਡਿਵਾਈਨ ਆਰਡਰ ਮੰਨਿਆ ਜਾਵੇ, ਭਾਵ ਰੱਬ ਵੱਲੋਂ ਹੀ ਇਹ ਬਣਾਇਆ ਗਿਆ ਹੈ। ਇੱਕ ਤਾਂ ਇਹ ਗੱਲ ਉਹਨਾਂ ਨੇ ਅਪਣਾਈ। ਦੂਜਾ, ਉਹ ਰਾਜਿਆਂ ਨੂੰ ਇਹ ਸਲਾਹ ਦਿੰਦੇ ਸਨ ਕਿ ਉਹ ਆਪਣੇ ਰਾਜ ਵਿੱਚ ਇਹਨਾਂ ਨਿਯਮਾਂ ਨੂੰ ਲਾਗੂ ਕਰਵਾਉਣ। ਤੀਜਾ, ਉਹ ਲੋਕਾਂ ਨੂੰ ਇਹ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਸਟੇਟਸ ਤਾਂ ਜਨਮ ਤੋਂ ਹੀ ਨਿਰਧਾਰਿਤ ਹੈ
ਕਿ ਜਿਸ ਵਰਨ ਵਿੱਚ ਉਸਨੇ ਜਨਮ ਲੈ ਲਿਆ ਉਸ ਦਾ ਸਟੇਟਸ ਉਸੇ ਤਰ੍ਹਾਂ ਹੀ ਰਹੇਗਾ। ਪਰ ਫਿਰ ਵੀ ਇਹ ਇੰਨਾ ਆਸਾਨ ਨਹੀਂ ਸੀ। ਇਸ ਲਈ ਕਈ ਹਦਾਇਤਾਂ ਸਟੋਰੀਜ਼ ਦੇ ਦੁਆਰਾ ਵੀ ਲਾਗੂ ਕੀਤੀਆਂ ਗਈਆਂ, ਜਿਵੇਂ ਕਿ ਮਹਾਭਾਰਤ ਅਤੇ ਰਮਾਇਣ ਵਿੱਚ ਦੱਸਿਆ ਗਿਆ ਹੈ। 3.2 ਨੌਨ ਕਸ਼ਤਰੀਆ ਕਿੰਗਸ। ਸ਼ਾਸਤਰਾਂ ਦੇ ਅਨੁਸਾਰ ਕੇਵਲ ਕਸ਼ਤਰੀਆ ਹੀ ਰਾਜੇ ਬਣ ਸਕਦੇ ਸਨ। ਫਿਰ ਵੀ ਬਹੁਤ ਸਾਰੀਆਂ ਮਹੱਤਵਪੂਰਨ ਰੂਲਿੰਗ ਲਾਈਨੇਜ ਸ਼ਾਇਦ ਅਲੱਗ-ਅਲੱਗ ਓਰੀਜਨ ਤੋਂ ਸੀ। ਸਾਰੇ ਕਸ਼ਤਰੀਆ ਨਹੀਂ ਸੀ, ਸ਼ਾਇਦ ਕਾਫੀ ਇਹ ਅਲੱਗ-ਅਲੱਗ ਓਰੀਜਨ ਤੋਂ ਵੀ ਮੰਨੀਆਂ ਜਾਂਦੀਆਂ ਹਨ। ਕਈ ਰੂਲਿੰਗ ਲਾਈਨੇਜ ਸਨ ਇਸ ਤਰ੍ਹਾਂ ਦੀਆਂ। ਜੋ ਸਮਾਜਿਕ ਬੈਕਗਰਾਉਂਡ ਹੈ ਮੌਰੀਆਸ ਦੀ ਜਿਨ੍ਹਾਂ ਨੇ ਇੱਕ ਵੱਡੇ ਐਮਪਾਇਰ ਤੇ ਰਾਜ ਕੀਤਾ, ਇਹ ਵੀ ਬਹੁਤ ਜ਼ਿਆਦਾ ਡਿਬੇਟ ਦਾ ਵਿਸ਼ਾ ਰਹੀ ਹੈ। ਬਾਅਦ ਵਿੱਚ ਬੁੱਧਿਸਟ ਟੈਕਸਸ ਤੋਂ ਇਹ ਪਤਾ ਲੱਗਿਆ ਕਿ ਉਹ ਕਸ਼ਤਰੀਆਸ ਸਨ। ਬ੍ਰਾਹਮਣੀਕਲ ਟੈਕਸਸ ਉਹਨਾਂ ਬਾਰੇ ਦੱਸਦੇ ਹਨ ਕਿ ਉਹ ਲਾਅ ਓਰੀਜਨ ਦੇ ਸਨ। ਸ਼ੁੰਗਾਸ ਅਤੇ ਕਾਨਵਾਸ ਜੋ ਕਿ ਮੌਰੀਆਸ ਤੋਂ ਬਾਅਦ ਦੇ ਉੱਤਰਾਧਿਕਾਰੀ ਸਨ, ਉਹ ਬ੍ਰਾਹਮਣ ਸਨ। ਅਸਲ ਵਿੱਚ ਪੋਲੀਟੀਕਲ ਪਾਵਰ ਕਿਸੇ ਦੇ ਲਈ ਵੀ ਓਪਨ ਸੀ, ਕੋਈ ਵੀ ਪੋਲੀਟੀਕਲ ਪਾਵਰ ਵਿੱਚ ਆ ਸਕਦਾ ਸੀ, ਜੋ ਕੀ ਆਸਾਨੀ ਨਾਲ ਸਪੋਰਟ ਪ੍ਰਾਪਤ ਕਰ ਲੈਂਦਾ, ਉਹ ਪੋਲੀਟੀਕਲ ਪਾਵਰ ਵਿੱਚ ਆ ਸਕਦਾ ਸੀ। ਸਾਧਨ ਇਕੱਠੇ ਕਰ ਸਕੇ ਤੇ ਜਨਮ ਦੇ ਆਧਾਰ ਉੱਤੇ, ਜਿਵੇਂ ਕਿ ਕਸ਼ਤਰੀਆ, ਇਸ ਤੇ ਬਹੁਤ ਘੱਟ ਨਿਰਭਰ ਕਰਦੀ ਸੀ ਇਹ ਗੱਲ। ਜੋ ਵੀ ਵਿਅਕਤੀ ਸਾਧਨ ਇਕੱਠੇ ਕਰ ਲੈਂਦਾ ਜਾਂ ਪਾਵਰ ਵਿੱਚ ਵੀ ਉਹ ਆ ਜਾਂਦਾ ਤੇ ਉਸਨੂੰ ਉਹ ਗੱਦੀ ਦਾ ਵਾਰਸ ਅੱਗੇ ਬਣ ਜਾਂਦਾ ਸੀ। ਕਿ ਉਹ ਕਸ਼ਤਰੀਆ ਵੀ ਹੋਵੇ, ਇਹ ਗੱਲ ਤੇ ਬਹੁਤੀ ਕੋਈ ਨਿਰਭਰਤਾ ਨਹੀਂ ਸੀ। ਹੋਰ ਰੂਲਰਸ ਜਿਵੇਂ ਕਿ ਸ਼ਾਕਸ ਜੋ ਕਿ ਸੈਂਟਰਲ ਏਸ਼ੀਆ ਤੋਂ ਆਏ, ਉਹਨਾਂ ਨੂੰ ਮਲਿਚ ਮੰਨਿਆ ਜਾਂਦਾ ਸੀ। ਅਸਭਿਅਕ ਤੇ ਆਊਟਸਾਈਡਰਸ ਵੀ ਮੰਨਿਆ ਜਾਂਦਾ ਸੀ। ਬ੍ਰਾਹਮਣਸ ਦੁਆਰਾ ਇਹ ਮੰਨਿਆ ਜਾਂਦਾ ਸੀ ਉਹਨਾਂ ਨੂੰ ਕਿ ਉਹ ਅਸਭਿਅਕ ਹਨ ਅਤੇ ਆਊਟਸਾਈਡਰਸ ਵਗੈਰਾ ਕਹਿ ਦਿੱਤਾ ਜਾਂਦਾ। ਫਿਰ ਵੀ ਸ਼ੁਰੂਆਤੀ ਇਨਸਕ੍ਰਿਪਸ਼ਨਸ ਵਿੱਚੋਂ ਇੱਕ ਜੋ ਕਿ ਸੰਸਕ੍ਰਿਤ ਵਿੱਚ ਹੈ, ਦੱਸਦੀ ਹੈ ਕਿ ਕਿਵੇਂ ਰੁਦਰਾਮਨ ਜੋ ਕਿ ਇੱਕ ਪ੍ਰਸਿੱਧ ਸ਼ਾਕਸ ਰੂਲਰ ਸੀ, ਉਸਨੇ ਜੋ ਸੁਦਰਸ਼ਨਾ ਲੇਕ ਬਣਵਾਈ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜੋ ਪਾਵਰਫੁਲ ਮਲਿਚ ਸਨ ਵੀ ਇਹ ਕਾਫੀ ਪਾਵਰਫੁਲ ਹੋਇਆ ਕਰਦੇ ਸੀ। ਮਲਿਚ ਵੀ ਕਾਫੀ ਪਾਵਰਫੁਲ ਸਨ। ਇਹ ਸੰਸਕ੍ਰਿਤ ਟ੍ਰੈਡੀਸ਼ਨ ਤੋਂ ਕਾਫੀ ਜਾਣੂ ਸੀ ਜੋ ਇਹ ਪਾਵਰਫੁਲ ਮਲਿਚ ਸਨ। ਇਹ ਵੀ ਇੰਟਰਸਟਿੰਗ ਗੱਲ ਹੈ ਕਿ ਜੋ ਸਾਤਵਾਹਨ ਡਾਇਨੈਸਟੀ ਦੇ ਬਹੁਤ ਹੀ ਪ੍ਰਸਿੱਧ ਰੂਲਰ ਸਨ, ਗੌਤਮੀ ਪੁੱਤਾ ਸ੍ਰੀ ਸਤਕਰਨੀ ਨੇ ਕਲੇਮ ਕੀਤਾ ਕਿ ਉਹ ਇੱਕ ਵਿਸ਼ੇਸ਼ ਬ੍ਰਾਹਮਣ ਵੀ ਸਨ ਤੇ ਕਸ਼ਤਰੀਆ ਵੀ। ਕਸ਼ਤਰੀਆ ਦੀ ਜੋ ਪ੍ਰਾਈਡ ਸੀ ਉਸਦੇ ਡੈਸਟਰਾਇਰ ਵੀ ਸਨ, ਵੀ ਬ੍ਰਾਹਮਣ ਵੀ ਸਨ ਉਹ, ਤੇ ਕਸ਼ਤਰੀਆ ਦੀ ਜੋ ਪ੍ਰਾਈਡ ਸੀ ਉਸਦੇ ਡੈਸਟਰਾਇਰ ਵੀ ਸਨ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ 4 ਵਰਨਾਂ ਦੇ ਲੋਕਾਂ ਵਿੱਚ ਇੰਟਰ ਮੈਰਿਜ ਨਹੀਂ ਹੋਵੇਗੀ। ਇਹ ਉਹਨਾਂ ਨੇ ਤਸੱਲੀ ਕਰ ਲਈ ਹੈ। ਦੂਜੇ ਪਾਸੇ ਉਸਨੇ ਖੁਦ ਰੁਦਰਾਮਨ ਦੇ ਕੁਨਵੇ ਵਿੱਚ ਮੈਰਿਜ ਕਰਵਾ ਲਈ। ਇਸ ਉਦਾਹਰਨ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਕਈ ਵਾਰ ਕਾਸਟ ਦੇ ਫਰੇਮਵਰਕ ਵਿੱਚ ਵੀ ਕਈ ਜੋ ਕੰਪਲਿਕੇਟਡ ਪ੍ਰੋਸੈਸਸ ਹੁੰਦੇ ਸੀ ਉਹ ਹੋ ਜਾਂਦੇ ਸਨ। ਸਾਤਵਾਹਨ ਕਲੇਮ ਕਰਦੇ ਸਨ ਕਿ ਉਹ ਬ੍ਰਾਹਮਣ ਹਨ, ਪਰ ਬ੍ਰਾਹਮਣਾਂ ਦੇ ਅਨੁਸਾਰ ਰਾਜਾ ਨੂੰ ਕਸ਼ਤਰੀਆ ਹੀ ਬਣੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ 4 ਵਰਨਾਂ ਨੂੰ ਅਪਹੋਲਡ ਕਰਦੇ ਹਨ, ਪਰ ਉਹ ਉਹਨਾਂ ਲੋਕਾਂ ਨਾਲ ਵਿਆਹ ਕਰ ਲੈਂਦੇ ਸੀ ਜੋ ਉਸ ਸਿਸਟਮ ਤੋਂ ਬਾਹਰ ਦੇ ਹੁੰਦੇ ਸਨ। ਤੇ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਉਹ ਐਂਡੋਗੈਮੀ ਸਿਸਟਮ ਨੂੰ ਪ੍ਰੈਕਟਿਸਡ ਕਰਦੇ ਸਨ। ਐਗਜ਼ੋਗੈਮਨਸ ਸਿਸਟਮ ਦੀ ਬਜਾਏ ਜੋ ਕਿ ਬ੍ਰਾਹਮਣੀਕਲ ਸਿਸਟਮ ਵਿੱਚ ਦੱਸਿਆ ਗਿਆ ਸੀ। 3.3 ਜਾਤੀਜ਼ ਐਂਡ ਸੋਸ਼ਲ ਮੋਬਾਇਲਿਟੀ। ਹੋਰ ਬਹੁਤ ਸਾਰੇ ਕਿੱਤੇ ਸਨ ਜੋ ਇਹਨਾਂ 4 ਵਰਨਾਂ ਦੇ ਵਿੱਚ ਫਿੱਟ ਨਹੀਂ ਬੈਠਦੇ ਸਨ, ਇਸ ਲਈ ਉਹਨਾਂ ਨੂੰ ਜਾਤੀ ਦਾ ਨਾਮ ਦੇ ਦਿੱਤਾ ਜਾਂਦਾ ਸੀ। ਚਲੋ ਆਪਾਂ ਪੜ੍ਹਦੇ ਹਾਂ ਅੱਗੇ। ਇਹ ਗੁੰਝਲਤਾਵਾਂ ਦੀ ਝਲਕ ਸਾਨੂੰ, ਜੋ ਇਹ ਗੁੰਝਲਤਾਵਾਂ ਸਨ, ਇਸ ਦੀ ਝਲਕ ਸਾਨੂੰ ਕੀ ਹੈ, ਇੱਕ ਹੋਰ ਟਰਮ ਤੋਂ ਮਿਲਦੀ ਹੈ ਜੋ ਕਿ ਟੈਕਸਸ ਵਿੱਚ ਯੂਜ਼ ਕੀਤੀ ਗਈ ਹੈ, ਜੋ ਕਿ ਸੋਸ਼ਲ ਕੈਟੇਗਰੀਜ਼ ਨੂੰ ਰੈਫਰ ਕਰਦੀ ਹੈ। ਜਾਤੀ ਕੀ ਕਿਹਾ ਜਾਂਦਾ ਸੀ ਉਸਨੂੰ? ਜਾਤੀ। ਬ੍ਰਾਹਮਣੀਕਲ ਥਿਊਰੀ ਦੇ ਅਨੁਸਾਰ ਜਾਤੀ ਵਰਨਾਂ ਦੀ ਗਿਣਤੀ ਜੋ ਜਾਤੀ ਵਰਨਾਂ ਵਾਂਗ ਬਰਥ ਉੱਤੇ ਹੀ ਆਧਾਰਿਤ ਸੀ। ਜਾਤੀ ਸੀ ਨਾ ਜੋ, ਇਹ ਵਰਨਾਂ ਦੇ ਵਾਂਗ ਬਰਥ ਉੱਤੇ ਹੀ ਆਧਾਰਿਤ ਸੀ, ਜਦਕਿ ਵਰਨਾਂ ਦੀ ਗਿਣਤੀ ਤਾਂ 4 ਫਿਕਸ ਸੀ, ਪਰ ਜਾਤੀ ਦੀ ਗਿਣਤੀ ਉੱਤੇ ਕੋਈ ਰੋਕ ਟੋਕ ਨਹੀਂ ਸੀ। ਜਾਤੀ ਦੀ ਗਿਣਤੀ ਜ਼ਿਆਦਾ ਵੀ ਹੋ ਜਾਂਦੀਆਂ ਸੀ ਇਹ ਜਾਤੀਆਂ। ਜਦ ਕਦੇ ਵੀ ਬ੍ਰਾਹਮਣੀਕਲ ਅਥਾਰਟੀਜ਼ ਦਾ ਸਾਹਮਣਾ ਕਿਸੇ ਨਵੇਂ ਗਰੁੱਪ ਨਾਲ ਹੁੰਦਾ, ਬ੍ਰਾਹਮਣਾਂ ਨੂੰ ਜਦ ਕਿਸੇ ਨਵੇਂ ਗਰੁੱਪ ਦਾ ਨਾਲ ਸਾਹਮਣਾ ਹੁੰਦਾ ਉਹਨਾਂ ਦਾ, ਉਦਾਹਰਨ ਦੇ ਤੌਰ ਤੇ ਉਹ ਲੋਕ ਜੋ ਜੰਗਲਾਂ ਵਿੱਚ ਰਹਿੰਦੇ ਸਨ, ਜਿਵੇਂ ਕਿ
ਨਿਸ਼ਾਦਸਦ ਤੇ ਉਹਨਾਂ ਨੂੰ ਇੱਕ ਨਾਮ ਦੇਣਾ ਚਾਹੁੰਦੇ ਸਨ। ਇਹ ਬ੍ਰਾਹਮਣ ਉਹਨਾਂ ਨੂੰ ਕੀ ਹੈ, ਇੱਕ ਨਾਮ ਦੇਣਾ ਚਾਹੁੰਦੇ। ਕੋਈ ਨਵਾਂ ਗਰੁੱਪ ਉਹਨਾਂ ਦੇ ਸਾਹਮਣੇ ਆ ਜਾਂਦਾ, ਜਿਵੇਂ ਕਿ ਨਿਸ਼ਾਦਸ ਸਨ, ਤਾਂ ਉਹ ਕੀ ਕਰਦੇ, ਆਕੂਪੇਸ਼ਨਲ ਕੈਟੇਗਰੀ ਵਿੱਚ, ਤਾਂ ਕਿ ਉਹ ਆ ਸਕਣ, ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਜਾਵੇ। ਜਦ ਬ੍ਰਾਹਮਣ ਇਹ ਮਹਿਸੂਸ ਕਰਦੇ ਨਾ, ਜਿਵੇਂ ਕਿ ਗੋਲਡਸਮਿਥ ਹੋ ਗਏ, ਇਸ ਤਰ੍ਹਾਂ ਵੀ ਇਹਨਾਂ ਨੂੰ ਵੀ ਇੱਕ ਨਾਮ ਦਿੱਤਾ ਜਾਵੇ। ਤੇ ਹੁਣ ਜਦ ਇਹ ਹੋਰ ਲੋਕ ਜੋ ਉਹਨਾਂ 4 ਵਰਨਸ ਦੇ ਵਿੱਚ ਤਾਂ ਆਸਾਨੀ ਨਾਲ ਫਿੱਟ ਨਹੀਂ ਹੋ ਸਕਦੇ ਸਨ, ਕੋਈ ਨਵਾਂ ਗਰੁੱਪ ਇਸ ਤਰ੍ਹਾਂ ਸਾਹਮਣੇ ਆ ਜਾਂਦਾ ਜੋ ਉਹਨਾਂ 4 ਵਰਨਸ ਦੇ ਵਿੱਚ ਆਸਾਨੀ ਨਾਲ ਫਿੱਟ ਨਾ ਹੋ ਸਕਦਾ। ਫਿਰ ਬ੍ਰਾਹਮਣਾਂ ਨੇ ਉਹਨਾਂ ਨੂੰ ਜਾਤੀ ਦਾ ਨਾਮ ਦੇ ਦਿੱਤਾ। ਜਾਤੀ ਦੇ ਲੋਕ ਜੋ ਕਿ ਇੱਕੋ ਜਿਹਾ ਕੰਮ ਕਰਦੇ ਸਨ, ਉਹਨਾਂ ਦੀ ਅਲੱਗ ਸ਼੍ਰੇਣੀ ਜਾਂ ਗਿਲਡ ਬਣਾ ਦਿੱਤਾ ਜਾਂਦਾ ਸੀ। ਸਾਨੂੰ ਇਹੋ ਜਿਹੇ ਰਿਕਾਰਡ ਬਹੁਤ ਘੱਟ ਮਿਲਦੇ ਹਨ ਜਿਨ੍ਹਾਂ ਵਿੱਚ ਇਹਨਾਂ 4 ਗਰੁੱਪਾਂ ਦਾ ਇਤਿਹਾਸ ਮਿਲ ਸਕੇ। ਇੱਕ ਸਟੋਨ ਇਨਸਕ੍ਰਿਪਸ਼ਨ ਮਿਲੀ ਹੈ ਜੋ ਕਿ ਲਗਭਗ 5th ਸੈਂਚੁਰੀ CE ਕਾਮਨ ਇਰਾ ਦੀ ਹੈ, ਜੋ ਮੰਡਾਸਰ ਭਾਵ ਮੱਧ ਪ੍ਰਦੇਸ਼ ਤੋਂ ਮਿਲੀ ਹੈ, ਜਿਸ ਤੋਂ ਸਾਨੂੰ ਇੱਕ ਸਿਲਕ ਵੀਵਰ ਦੇ ਗਿਲਡ ਬਾਰੇ ਪਤਾ ਲੱਗਦਾ ਹੈ, ਜੋ ਓਰੀਜਨਲੀ ਲਾਤਾ ਯਾਨੀ ਕਿ ਗੁਜਰਾਤ ਤੋਂ ਸਨ ਤੇ ਉੱਥੋਂ ਮਾਈਗ੍ਰੇਟ ਹੋ ਕੇ ਇਹ ਮੰਡਾਸੌਰ ਚਲੇ ਗਏ। ਉਸ ਸਮੇਂ ਇਹ ਦਸ਼ਾਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਰਿਕਾਰਡ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਕੁਨਵੇ ਨਾਲ, ਆਪਣੇ ਬੱਚਿਆਂ ਨਾਲ ਬਹੁਤ ਹੀ ਮੁਸ਼ਕਲ ਸਫ਼ਰ ਤੈਅ ਕੀਤਾ, ਕਿਉਂਕਿ ਉਹਨਾਂ ਨੇ ਉੱਥੋਂ ਦੇ ਰਾਜਾ ਦੀ ਮਹਾਨਤਾ ਬਾਰੇ ਸੁਣਿਆ ਸੀ ਤੇ ਉਹ ਲੋਕ ਉਸ ਦੇ ਰਾਜ ਵਿੱਚ ਕੀ ਹੈ, ਸੈਟਲ ਹੋ ਜਾਣਾ ਚਾਹੁੰਦੇ ਸਨ। ਇਹਨਾਂ ਇਨਸਕ੍ਰਿਪਸ਼ਨ ਤੋਂ ਸਾਨੂੰ ਬਹੁਤ ਹੀ ਜਟਿਲ ਸਮਾਜਿਕ ਪ੍ਰੋਸੈਸ ਦੀ ਝਲਕ ਵੀ ਮਿਲਦੀ ਹੈ ਤੇ ਨਾਲ ਹੀ ਉਸ ਸਮੇਂ ਦੇ ਜੋ ਗਿਲਡ ਜਾਂ ਸ਼੍ਰੇਣੀਆਂ ਸਨ, ਉਹਨਾਂ ਦਾ ਨੇਚਰ ਕਿਹੋ ਜਿਹਾ ਸੀ, ਇਸ ਦੇ ਬਾਰੇ ਵੀ ਪਤਾ ਲੱਗਦਾ ਹੈ। ਭਾਵੇਂ ਮੈਂਬਰਸ਼ਿਪ ਇੱਕ ਸ਼ੇਅਰਡ ਕਰਾਫਟ ਸਪੈਸ਼ਲਾਈਜੇਸ਼ਨ ਤੇ ਆਧਾਰਿਤ ਸੀ, ਭਾਵ ਉਸ ਦੀ ਕਾਰਜਕੁਸ਼ਲਤਾ ਕਿਹੋ ਜਿਹੀ ਹੈ, ਉਸ ਦੇ ਆਧਾਰ ਤੇ ਮੈਂਬਰਸ਼ਿਪ ਕਿਸੇ ਵਿਅਕਤੀ ਨੂੰ ਮਿਲਦੀ ਸੀ, ਕਿਸੇ ਖਾਸ ਗਿਲਡ ਦੀ, ਉਸ ਕਿੱਤੇ ਵਿੱਚ ਵੀ ਉਹ ਕਿੰਨਾ ਕੁ ਕੁਸ਼ਲ ਹੈ। ਪਰ ਕੁਝ ਮੈਂਬਰ ਹੋਰ ਕਿੱਤੇ ਵੀ ਅਪਣਾ ਲੈਂਦੇ ਸਨ। ਇਸ ਤੋਂ ਇਹ ਵੀ ਕਲੀਅਰ ਹੁੰਦਾ ਹੈ ਕਿ ਜੋ ਮੈਂਬਰ ਸਨ ਉਹ ਇੱਕ ਤੋਂ ਜ਼ਿਆਦਾ ਕਿੱਤਿਆਂ ਨੂੰ ਸ਼ੇਅਰ ਕਰਦੇ ਸਨ। ਉਹ ਇਕੱਠੇ ਫੈਸਲਾ ਕਰਦੇ ਸਨ ਕਿ ਉਹ ਆਪਣੀ ਸੰਪત્ਤੀ ਨੂੰ ਕਿੱਥੇ ਇਨਵੈਸਟ ਕਰਨ, ਕਿਵੇਂ ਉਹ ਆਪਣੀ ਕਲਾ ਦੁਆਰਾ ਕਮਾਈ ਕਰਨ ਤੇ ਕਿਵੇਂ ਇੱਕ ਸ਼ਾਨਦਾਰ ਮੰਦਿਰ ਸੂਰਜ ਦੇਵਤਾ ਦੀ ਸ਼ਾਨ ਵਿੱਚ ਬਣਵਾਉਣ। ਇਹ ਸਭ ਕੁਝ ਉਹ ਆਪਣੀ ਸਹਿਮਤੀ ਨਾਲ ਕਰਦੇ। 3.4 ਬਿਯੋਂਡ ਦਾ 4 ਵਰਨਸ ਇੰਟੀਗ੍ਰੇਸ਼ਨ। ਜੇਕਰ ਅਸੀਂ ਆਪਣੇ ਸਬ ਕੌਂਟੀਨੈਂਟ ਦੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਕਈ ਸੋਸ਼ਲ ਪ੍ਰੈਕਟਿਸਿਸ ਇਹੋ ਜਿਹੀਆਂ ਸੀ ਅਤੇ ਹੁਣ ਵੀ ਹਨ ਜਿਨ੍ਹਾਂ ਤੇ ਬ੍ਰਾਹਮਣੀਕਲ ਪ੍ਰੈਕਟਿਸ ਦਾ ਕੋਈ ਪ੍ਰਭਾਵ ਨਹੀਂ ਸੀ। ਜਦੋਂ ਉਹਨਾਂ ਬਾਰੇ ਕੀ ਹੈ, ਸੰਸਕ੍ਰਿਤ ਲੈਂਗੁਏਜ ਦੇ ਵਿੱਚ, ਸੰਸਕ੍ਰਿਤ ਟੈਕਸਟ ਵਿੱਚ ਲਿਖਿਆ ਗਿਆ ਤਾਂ ਉਹਨਾਂ ਨੂੰ ਬਹੁਤ ਹੀ ਔਡ, ਅਸਭਿਅਕ ਤੇ ਕਈ ਵਾਰ ਤਾਂ ਜਾਨਵਰਾਂ ਵਰਗੇ ਵੀ ਕਿਹਾ ਜਾਂਦਾ ਸੀ। ਤੇ ਖਾਸ ਤੌਰ ਤੇ ਇਹਨਾਂ ਵਿੱਚ ਜੋ ਇਨਕਲੂਡ ਕੀਤੇ ਗਏ ਉਹ ਫੋਰੈਸਟ ਡਿਵੈਲਰ ਸਨ, ਜੋ ਜੰਗਲ ਵਿੱਚ ਰਹਿੰਦੇ ਸਨ, ਸ਼ਿਕਾਰ ਕਰਦੇ ਸਨ, ਚੀਜ਼ਾਂ ਇਕੱਠੀਆਂ ਕਰਦੇ ਸਨ ਤਾਂ ਕਿ ਉਹ ਆਪਣੀ ਰੋਜ਼ ਦੀ ਜ਼ਿੰਦਗੀ ਚਲਾ ਸਕਣ। ਇਹੋ ਜਿਹੀ ਹੀ ਇੱਕ ਕੈਟੇਗਰੀ ਨਿਸ਼ਾਦਾ ਹੈ, ਇਕਲਵਿਆ, ਜਿਸ ਨਾਲ ਸੰਬੰਧਿਤ ਮੰਨੇ ਜਾਂਦੇ ਹਨ। ਹੋਰ ਜਿਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ, ਉਹਨਾਂ ਵਿੱਚ ਨੋਮੈਡਿਕ ਪੈਸਟੋਰਲਿਸਟ ਵੀ ਸ਼ਾਮਲ ਸਨ, ਜੋ ਘੁੰਮ ਫਿਰ ਕੇ ਆਪਣੀਆਂ ਗਾਵਾਂ ਮੱਝਾਂ ਚਰਾਉਂਦੇ ਸਨ, ਕਿਉਂਕਿ ਉਹ ਆਸਾਨੀ ਨਾਲ ਉਹਨਾਂ ਕਿਸਾਨਾਂ ਦੇ ਵਿੱਚ ਐਡਜਸਟ ਨਹੀਂ ਹੁੰਦੇ ਸਨ ਜੋ ਇੱਕ ਥਾਂ ਤੇ ਵਸ ਕੇ ਖੇਤੀ ਕਰਦੇ ਸਨ। ਕਈ ਵਾਰ ਉਹ ਲੋਕ ਜੋ ਸੰਸਕ੍ਰਿਤ ਨਹੀਂ ਬੋਲਦੇ ਸਨ, ਉਹਨਾਂ ਨੂੰ ਮਲਿੱਚ ਦਾ ਦਰਜਾ ਦੇ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਨੀਵਾਂ ਮੰਨਿਆ ਜਾਂਦਾ ਸੀ। ਇਹਨਾਂ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੀ ਸਾਂਝ ਨਹੀਂ ਹੁੰਦੀ ਸੀ। ਇਹੋ ਜਿਹਾ ਉਹਨਾਂ ਨਾਲ ਵੀ ਰਿਲੇਸ਼ਨ ਉਹਨਾਂ ਦਾ ਕਿਹੋ ਜਿਹਾ ਸੀਗਾ, ਇੱਕ ਦੂਸਰੇ ਨਾਲ ਵੀ ਕਿਹੋ ਜਿਹਾ ਉਹ ਵਰਤ ਵਰਤੇਵਾ ਕਿਹੋ ਜਿਹਾ ਸੀ, ਉਸ ਦੇ ਬਾਰੇ ਵੀ ਕੁਝ ਸਟੋਰੀਜ਼ ਜੋ ਕਿ ਮਹਾਭਾਰਤ ਵਿੱਚ ਹਨ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ। Okay students, we will continue this chapter in our next video. I hope you have understood this. Thanks.